ਛਵੀਆਂ ਦੀ ਰੁੱਤ। ਮਹਿੰਦਰ ਸਿੰਘ ਸਰਨਾ। ਮਗਦੇ ਕੋਲਿਆਂ ਨਾਲ ਤੁਸੀਂ ਭੱਠੀ ਉੱਤੇ ਝੁਕਿਆ ਦਿਨੇ ਲੋਹਾਰ ਦਾ ਲੋਹੀ ਰੰਗਾ ਸਰੀਰ ਕਾਂਸੀ ਰੰਗੀ ਭਾ ਮਾਰਨ ਲੱਗ ਪਿਆ। ਉਹਦਾ ਆਕਾਰ ਕਾਂਸੀ ਵਿੱਚ ਢਲੇ ਇੱਕ ਤੰਦਰੁਸਤ ਕਾਮੇ ਨੂੰ ਮੂਰਤੀਮਾਨ ਕਰਦਾ ਬੁੱਤ ਜਾਪਦਾ ਸੀ। ਬਾਹਾਂ ਦੇ ਤਕੜੇ ਹੁਜਕੇ ਨਾਲ ਉਹਨੇ ਹਥੌੜੇ ਨੂੰ ਆਪਣੇ ਵੱਲ ਆਪਣੇ ਦੁਮਾਲੇ ਘੁਮਾਇਆ। ਉਹਦੇ ਕਸਰਤੀ ਪਿੰਡੇ ਦੀਆਂ ਮਛਲੀਆਂ ਉਭਰੀਆਂ ਤੇ ਇੱਕ ਕਹਿਰਾਂ ਦੀ ਸੱਟ ਵਦਾਨ ਉੱਤੇ ਟਿਕਾਏ ਲੋਹੇ ਦੇ ਅੰਗਾਰਾਂ ਉੱਤੇ ਵੱਜੀ। ਸੱਟ ਲਗਾਤਾਰ ਗੂੰਜਦੀ ਰਹੀ। ਕੰਮ ਦੀ ਮਗਨਤਾ ਵਿੱਚ ਦੀਨ ਦੁਨੀਆ ਨੂੰ ਭੁੱਲ ਗਿਆ। ਜਦੋਂ ਤੀਕ ਬਾਰੀ ਥਾਣੀ ਆਉਂਦੀ ਭਾਦਰੋਂ ਦੀ ਪਠਿਆਰੀ ਧੁੱਪ ਉਹਦੀਆਂ ਹੱਡੀਆਂ ਨਾ ਚੱਟਣ ਲੱਗ ਪਈ। ਤ੍ਰਪਕ ਕੇ ਉਹਨੇ ਬਾਰੀ ਤੋਂ ਬਾਹਰ ਵੇਖਿਆ। ਸੂਰਜ ਸਿਖਰ 'ਤੇ ਸੀ। ਇੰਨੀ ਛੇਤੀ ਦੁਪਹਿਰ ਹੋ ਗਈ ਸੀ ਤੇ ਉਹਦਾ ਕੰਮ ਅਜੇ ਅੱਧਾ ਵੀ ਨਹੀਂ ਸੀ ਨਿਬੜਿਆ। ਧੁੱਪ ਦੇ ਸੇਕ ਤੋਂ ਬਚਣ ਲਈ ਉਸਨੇ ਬਾਰੀ ਬੰਦ ਕਰ ਦਿੱਤੀ, ਪਰ ਬਾਰੀ ਬੰਦ ਕਰਨ ਨਾਲ ਉਹਦਾ ਸਾਹ ਘੁੱਟਣ ਲੱਗਾ ਤੇ ਉਹਦੇ ਮੱਥੇ ਉੱਤੇ ਚਿਪਚਿਪਾ ਮੁੜਕਾ ਆ ਗਿਆ। ਰਾਤੀ ਬੜਾ ਮੀਂਹ ਵਸਿਆ ਸੀ। ਅਸਮਾਨ ਵਿੱਚੋਂ ਪਾਛੜੇ ਹੀ ਵਗ ਤੁਰੇ ਸਨ। ਸਵੇਰ ਵੇਲੇ ਵੀ ਕਿਣਮਣ ਲੱਗੀ ਰਹੀ ਸੀ, ਪਰ ਹੁਣ ਸੂਰਜ ਚੜ੍ਹਨ ਮਗਰੋਂ ਬੜੀ ਹੁੰਮ ਹੋ ਗਈ ਸੀ। ਉਸਨੇ ਬਾਰੀ ਖੋਲ੍ਹ ਦਿੱਤੀ ਤੇ ਮੁੜ ਭੱਠੀ ਉੱਤੇ ਝੁਕ ਗਿਆ। ਮੁੜਕਾ ਉਹਦੇ ਕੰਨਾਂ ਵਿੱਚੋਂ ਹੁੰਦਾ ਹੁਣ ਉਹਦੀ ਧੌਣ ਤੇ ਧਾਰੀਆਂ ਬਣਾ ਕੇ ਵਹਿ ਤੁਰਿਆ ਰਿਹਾ। ਭਾਰੀ ਤਣੀ ਹੋਈ ਬਾਂਹ ਨਾਲ ਉਹਨੇ ਆਪਣੇ ਮੱਥੇ ਤੋਂ ਮੁੜਕਾ ਨਿਚੋੜਿਆ। ਮੋਟੇ ਟੇਪੇ ਅੰਗੀਰੀ ਵਿੱਚ ਡਿੱਗੇ। ਛੂੰ ਦੀ ਆਵਾਜ਼ ਆਈ ਤੇ ਸ਼ਾਇਦ ਇੱਕ ਛਿਣ ਮਾਤਰ ਲਈ ਇੱਕ ਕੋਲੇ ਦੀ ਜਿੰਦ ਵੀ ਰਤਾ ਕੁ ਸੌਖੀ ਹੋ ਗਈ। ਧੁੱਪ ਅਤੇ ਭੱਠੀ ਦੇ ਰਲੇਵੇਂ ਸੇਕ ਨੇ ਉਸਦੇ ਸਰੀਰ ਨੂੰ ਬਹੁਤ ਤਪਾ ਦਿੱਤਾ ਸੀ। ਇਹ ਅੱਗ ਉਹਦੇ ਲਹੂ ਵਿੱਚ ਘੁਲ ਕੇ ਜਾਪਦੀ ਸੀ। ਇਹ ਤਪਸ ਉਹਦੀਆਂ ਹੱਡੀਆਂ ਦੀ ਮਿੱਖ ਨੂੰ ਭੁੰਨ ਰਹੀ ਸੀ। ਭੱਠੀ ਦੇ ਤਿੱਖੇ ਪੜਮੱਚੇ ਉਹਦੀਆਂ ਅੱਖਾਂ ਵਿੱਚ ਬਲ ਉੱਠੇ ਸਨ। ਆਪਣੇ ਪਿੰਡੇ ਦਾ ਇੱਕ ਲੂੰ ਉਹਨੂੰ ਇੱਕ ਪਲੀਤਾ ਜਾਪ ਰਿਹਾ ਸੀ। ਉਹਨੂੰ ਸਾਫ਼ ਦਿਸ ਰਿਹਾ ਸੀ ਕਿ ਹੁਣੇ ਕੋਈ ਪਲੀਤਾ ਅੱਗ ਫੜ ਲਏਗਾ ਤੇ ਉਹਦਾ ਸਰੀਰ ਕਿਸੇ ਵੱਡੇ ਪੋਪੜ ਵਾਂਗ ਠੁੱਸ ਕਰਕੇ ਪਾਟ ਜਾਏਗਾ। ਅਚਨਚੇਤ ਸੰਦ ਉਹਨੇ ਹੱਥੋਂ ਛੱਡ ਦਿੱਤੇ ਅਤੇ ਬਾਰੀ ਲਾਗੇ ਜਾ ਖਲੋਤਾ। ਬਾਹਰ ਸਾਰਾ ਅਸਮਾਨ ਭਾਦਰੋਂ ਦੀ ਚਲਕੋਰ ਮਾਰਦੀ ਧੁੱਪ ਨਾਲ ਭਰਿਆ ਹੋਇਆ ਸੀ। ਉਹਦੀਆਂ ਅੱਖਾਂ, ਅਣਗਿੱਜੀਆਂ ਅੱਖਾਂ ਚੁੰਧਿਆ ਗਈਆਂ। ਜਦੋਂ ਉਹਦੀ ਤੱਕਣੀ ਸਾਫ਼ ਹੋਈ ਤਾਂ ਉਸਨੇ ਆਪਣੇ ਸਾਹਮਣੇ ਦੂਰ ਤੀਕ ਵਿਛੇ ਖੇਤਾਂ ਵੱਲ ਵੇਖਿਆ ਤੇ ਫਿਰ ਉਹ ਰੇਤਲੇ ਪਹੇ ਵੱਲ ਜੋ ਖੇਤਾਂ ਵਿਚਕਾਰ ਇੱਕ ਚਾਨਣੀ ਲਕੀਰ ਵਾਂਗ ਦੁਮੇਲ ਨੂੰ ਛੂੰਹਦਾ ਸੀ। ਪਹੇ ਦੇ ਸੱਜੇ ਪਾਸੇ ਕਪਾਹ ਦੇ ਖੇਤ ਸਨ ਅਤੇ ਕਿਤੇ ਕਮਾਦ ਵਿੱਚ ਪਾਣੀ ਚਾਂਦੀ ਦੀ ਡਲਕ ਮਾਰਦਾ ਸੀ। ਪਹੇ ਦੇ ਖੱਬੇ ਪਾਸੇ ਵਹੀਆਂ ਅਤੇ ਸੁਹਾਗੀਆਂ ਪੈਲੀਆਂ ਵਿਜਾਈਆਂ ਉਡੀਕ ਰਹੀਆਂ ਸਨ। ਸੱਜਰੇ ਮੀਂਹ ਨਾਲ ਵਰਤੀਆਂ ਜ਼ਮੀਨਾਂ ਦੀ ਸੌਂਦੀ ਮਹਿਕ ਉਹਦੀਆਂ ਨਾਸਾਂ ਨੂੰ ਬੜੀ ਪਿਆਰੀ ਲੱਗੀ ਅਤੇ ਉਹ ਇਕਾਇਕ ਬੜਾ ਸਧਰਾ ਗਿਆ। ਉਹਦਾ ਜੀਅ ਕੀਤਾ ਉਹ ਖੁੱਲ੍ਹੀ ਬਾਰੀ ਵਿੱਚੋਂ ਬਾਹਰ ਕੁੱਦ ਜਾਵੇ, ਖੇਤਾਂ ਵਿੱਚ ਲੇਟਵੀਆਂ ਲਵੇ ਅਤੇ ਗਿੱਲੀ ਭੌਂਦੀ ਸੇਜਲ ਆਪਣੇ ਲੂ ਵਿੱਚ ਭਰ ਲਵੇ। ਉਹ ਖੇਤਾਂ ਦਾ ਪਿਆਰਾ ਸੀ। ਬਿਜਾਈਆਂ ਤੇ ਵਾਢੀਆਂ ਦੇ ਦਿਨਾਂ ਵਿੱਚ ਉਹਦੀ ਰੱਤ ਮੌਲਦੀ ਸੀ। ਉਹਦੇ ਹੱਡ ਮੌਕਲੇ ਹੁੰਦੇ ਸਨ। ਉਹ ਪਿੰਡ ਦਾ ਲੋਹਾਰ ਸੀ, ਪਰ ਲੋਹਾਰਾ ਕੰਮ ਪਿੰਡ ਵਿੱਚ ਕਿੰਨਾ ਕੁ ਨਿਕਲਦਾ ਸੀ ਤੇ ਬਹੁਤਾ ਚਿਰੋਂ ਖੇਤਾਂ ਵਿੱਚ ਜੱਟਾਂ ਦਾ ਹੱਥ ਵਟਾਉਂਦਾ ਸੀ। ਉਹਦੇ ਵਰਗੀ ਵਾਢੀ 7 ਪਿੰਡਾਂ ਵਿੱਚ ਕੋਈ ਨਹੀਂ ਸੀ ਕਰ ਸਕਦਾ, ਨਾ ਹੀ ਉਹਦੇ ਜਿੰਨੀ ਭਰੀ ਕੋਈ ਚੁੱਕ ਸਕਦਾ ਸੀ। ਤੇ ਇਕਾਇਕ ਉਹਦੇ ਹੱਥ ਦਾਤਰੀ ਦੀ ਹੱਥੀ ਲਈ ਸਹਿਕ ਗਏ। ਦਾਤਰੀਆਂ, ਵਾਢੀਆਂ, ਚੰਨ ਦੀ ਚਾਨਣੀ ਵਿੱਚ ਝੂਮਦੇ ਕਮਾਦ, ਮੀਲਾਂ ਤੀਕ ਸੁਨਹਿਰੀ ਸਿੱਟਿਆਂ ਦੀ ਸਰਰ ਤੇ ਧਰਤੀ ਦੀ ਕੁੱਖੋਂ ਜਨਮੇ ਗੀਤਾਂ ਦੀਆਂ ਹੇਕਾਂ, ਤੇ ਉਹ ਭੁੱਲ ਗਿਆ ਕਿ ਉਹਦੀ ਪਿੱਠ ਪਿੱਛੇ ਨਰਕ ਵਰਗੀ ਭੱਠੀ ਤਪ ਰਹੀ ਸੀ ਤੇ ਪਿਛਲੇ 20 ਦਿਨਾਂ ਤੋਂ ਉਹਨੇ ਛਵੀਆਂ ਗੰਡਾਸੇ ਤੇ ਬਲਮਾਂ ਬਣਾਉਣ ਤੋਂ ਛੁੱਟ ਹੋਰ ਕੁਝ ਨਹੀਂ ਸੀ ਕੀਤਾ। ਹਾਂ, ਦਾਤਰੀਆਂ ਤੇ ਰੰਬੀਆਂ ਦੀ ਰੁੱਤ ਲੰਘ ਗਈ ਸੀ। ਇਹ ਛਵੀਆਂ ਤੇ ਬਲਮਾਂ ਦਾ ਜ਼ਮਾਨਾ ਸੀ। ਕਿਹੋ ਜਿਹੀਆਂ ਵਾਢੀਆਂ ਪਈਆਂ ਸਨ ਐਤਕੀ, ਜਿਨ੍ਹਾਂ ਵਿੱਚ ਕਣਕਾਂ ਦੀ ਥਾਂ ਕਣਕ ਬੀਜਣ ਤੇ ਵੱਢਣ ਵਾਲੇ ਆਪ ਵੱਢ ਗਏ ਸਨ। ਇਹ ਕਿਹਾ ਸਿੜੀ ਸਿਆਪਾ ਉਹ ਸਹੇੜ ਬੈਠਾ ਸੀ। ਇਹ ਕਹੀ ਵਕਾਰ ਉਹਨੇ ਆਪਣੇ ਗਲ ਪਾ ਲਈ ਸੀ। ਉਹਦੇ ਰੁਝੇਵਿਆਂ ਤੋਂ ਜਾਪਦਾ ਸੀ ਜਿਵੇਂ ਨਵੇਂ ਬਣੇ ਪਾਕਿਸਤਾਨ ਦੇ ਕੁੱਲ ਮੁਜਾਹਿਦਾਂ ਲਈ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਉਹਦੇ ਸਿਰ ਪੈ ਗਈ ਸੀ। ਪਾਕਿਸਤਾਨ ਤਾਂ ਬਣ ਗਿਆ ਸੀ, ਪਰ ਪਾਕਿਸਤਾਨ ਦੀ ਤਕਮੀਲ ਲਈ ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂਆਂ ਸਿੱਖਾਂ ਦਾ ਵਾਸਤਾ ਵੱਢਣਾ ਜ਼ਰੂਰੀ ਸੀ। ਭਾਵੇਂ ਇਸ ਗੱਲ ਦੀ ਦੀਨੇ ਨੂੰ ਅਜੇ ਤੀਕ ਸਮਝ ਨਹੀਂ ਸੀ ਪਈ, ਪਰ ਸਾਰੇ ਹੀ ਇਹੀ ਆਖਦੇ ਸਨ।
ਪਿੰਡਾਂ ਦੇ ਚੌਧਰੀਆਂ ਤੋਂ ਲੈ ਕੇ ਜੁਮਾ ਮਸੀਤਾਂ ਦੇ ਇਮਾਮਾਂ ਤੱਕ ਸਾਰੇ ਹੀ ਇਹ ਆਖਦੇ ਸਨ ਤੇ ਇਹ ਜਹਾਦ ਤਾਂ ਹੀ ਸਿਰੇ ਚੜ੍ਹ ਸਕਦਾ ਸੀ ਜੇ ਉਹਦੀ ਭੱਠੀ ਤਪਦੀ ਰਹੇ, ਛਵੀਆਂ ਬਲਮਾਂ ਦੀ ਸ਼ਕਲ ਵਿੱਚ ਮੌਤ ਦੀਆਂ ਜੀਭਾਂ ਉਗਲਦੀ ਰਹੇ। ਉਸਨੇ ਮੁੜ ਕੇ ਭੱਠੀ ਵੱਲ ਵੇਖਿਆ। ਕੋਲਿਆਂ ਦੇ ਵਿਚਕਾਰ ਟਿਕਾਏ ਲੋਹੇ ਦੇ ਤਿੱਖੇ ਟੁਕੜੇ ਅੰਗਿਆਰੇ ਨਾਲੋਂ ਵੀ ਵੱਧ ਲਾਲ ਹੋ ਰਹੇ ਸਨ। ਉਹਨਾਂ ਵੱਲ ਵੇਖਦਿਆਂ ਉਸਨੂੰ ਘੇਰਨੀ ਆ ਗਈ। ਉਸਨੇ ਆਪਣੀ ਵੱਖੀ ਨੂੰ ਘੁੱਟ ਕੇ ਨੱਪ ਲਿਆ। ਕੋਈ ਤਿੱਖੀ ਤੇ ਗਰਮ ਚੀਜ਼ ਉਹਦੀ ਵੱਖੀ ਚੀਰ ਰਹੀ ਸੀ। ਅਚਨਚੇਤ ਉਸਨੂੰ ਯਾਦ ਆਇਆ ਕਿ ਉਹਨੂੰ ਬੜੀ ਕਹਿਰਾਂ ਦੀ ਭੁੱਖ ਲੱਗੀ ਸੀ। ਸਵੇਰ ਦੀ ਉਹਨੇ ਪਾਣੀ ਦੀ ਘੁੱਟ ਨਹੀਂ ਸੀ ਪੀਤੀ ਤੇ ਹੁਣ ਭੁੱਖ ਉਹਦੀਆਂ ਵੱਖੀਆਂ ਸਾੜ ਰਹੀ ਸੀ, ਉਹਦੀਆਂ ਆਂਦਰਾਂ ਚੁੰਡ ਰਹੀ ਸੀ ਤੇ ਉਹਦੇ ਬੁੱਲ੍ਹ ਸੁੱਕ ਕੇ ਲੱਕੜ ਹੋ ਗਏ ਸਨ। ਬਸ਼ੀਰੇ ਦੀ ਮਾਂ, ਉਹਨੇ ਘਰ ਦੇ ਅੰਦਰ ਝਾਤੀ ਮਾਰਦਿਆਂ ਉੱਚੀ ਦਿੱਤੀ ਆਖਿਆ, ਪਾਣੀ ਦੇ ਛੇਤੀ। 45 ਕੁ ਸਾਲਾਂ ਦੀ ਇੱਕ ਤੀਵੀਂ ਕਾਂਸੀ ਦੇ ਛੰਨੇ ਵਿੱਚ ਪਾਣੀ ਪਾ ਲਿਆਈ। ਨੱਕ ਵਿੱਚ ਨੱਥ ਸੀ ਤੇ ਕੰਨਾਂ ਵਿੱਚ ਚਾਂਦੀ ਦੀਆਂ ਮੁਰਕੀਆਂ ਹਿੱਲ ਰਹੀਆਂ ਸਨ। ਉਸਨੇ ਆਪਣੇ ਆਦਮੀ ਵੱਲ ਵੇਖਿਆ ਜੋ ਪਾਣੀ ਖੁਣੋਂ ਹੌਂਕਣ ਲੱਗ ਪਿਆ ਸੀ। ਸਵੇਰ ਦਾ 3 ਵਾਰੀ ਉਹ ਉਹਨੂੰ ਰੋਟੀ ਪਾਣੀ ਪੁੱਛ ਗਈ ਸੀ, ਪਰ ਉਹਨੇ ਉਹਦੀ ਗੱਲ ਤੱਕ ਨਹੀਂ ਸੀ ਗੌਲੀ ਤੇ ਭੱਠੀ ਝੌਂਕਦਾ ਰਿਹਾ ਸੀ। ਤੇ ਹੁਣ ਅਚਨਚੇਤ ਕਿਵੇਂ ਉਹਨੂੰ ਭੁੱਖ ਅਤੇ ਤੇਹ ਦੀ ਯਾਦ ਆ ਗਈ ਸੀ। ਤੀਵੀਂ ਨੇ ਭੱਠੀ ਦੀ ਨਰਕੀ ਅੱਗ ਵੱਲ ਵੇਖਿਆ, ਲੋਹੇ ਦੇ ਉਹਨਾਂ ਟੁਕੜਿਆਂ ਵੱਲ ਵੇਖਿਆ ਜੋ ਕਾਲੇ ਕੋਰੜੂਆਂ ਵਾਂਗ ਚਾਰੇ ਪਾਸੇ ਫਰਸ਼ 'ਤੇ ਖਿਲਰੇ ਪਏ ਸਨ। ਉਹਨੇ ਗੁੱਠ ਵਿੱਚ ਪਈਆਂ ਕਲਮੂਈਆਂ ਛਵੀਆਂ ਤੇ ਬਲਮਾਂ ਦੇ ਢੇਰ ਨੂੰ ਵੇਖਿਆ ਤੇ ਫਿਰ ਕਿੰਨਾ ਚਿਰ ਉਹਦੀਆਂ ਨਜ਼ਰਾਂ ਆਪਣੇ ਆਦਮੀ ਦੇ ਮੂੰਹ 'ਤੇ ਭਟਕਦੀਆਂ ਰਹੀਆਂ, ਜਿਵੇਂ ਉਹ ਉਹਨੂੰ ਪਛਾਣਦੀ ਨਾ ਹੋਵੇ। ਪਾਣੀ ਦੇ ਛੰਨੇ ਦਾ ਦੀਨੇ ਨੇ ਇੱਕੋ ਘੁੱਟ ਕੀਤਾ। ਹੋਰ, ਉਹ ਹੌਂਕਿਆ। ਉਹ ਹੋਰ ਭਰ ਲਿਆਈ ਤੇ ਉਹਨੂੰ ਪੀਂਦਿਆਂ ਵੇਖਣ ਲੱਗੀ। ਬਸ, ਉਹ ਬੋਲਿਆ। ਉਹਦੀ ਧੌਣ ਅਤੇ ਮੱਥੇ ਦੀਆਂ ਤਣੀਆਂ ਹੋਈਆਂ ਨਾੜੀਆਂ ਢਿਲਕੀਆਂ। ਉਹਦੀ ਹੌਂਕਣੀ ਮੱਠੀ ਹੋ ਗਈ, ਪਰ ਉਸੇ ਪਲ ਇੱਕ ਝੌਂਪ, ਇੱਕ ਬੇਰਾਮੀ ਉਹਦੇ ਮੂੰਹ 'ਤੇ ਝਲਕੀ ਤੇ ਉਹ ਬੋਲਿਆ, ਮੇਰੇ ਵੱਲ ਇੱਦਾਂ ਕਿਉਂ ਵੇਖਦੀ ਏ ਤੇ ਮੇਰੇ ਨਾਲ ਕੁੰਦੀ ਕਿਉਂ ਨਹੀਂ ਤੇ ਪਰਾਂ ਕਿੱਦਾਂ ਹਟ ਕੇ ਖੜੋਤੀ ਏ, ਜਿਵੇਂ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਵੇ। ਤੀਵੀਂ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪ ਚਪੀਤੀ ਅੰਦਰੋਂ ਰੋਟੀ ਪਾ ਲਿਆਈ। ਨਹੀਂ, ਮੈਂ ਤੇਰੇ ਨਾਲ ਆ। ਦੀਨੇ ਨੇ ਉਹਦਾ ਮੋਢਾ ਫੜ ਕੇ ਹਿਲਾਉਣਿਆ। ਕੁੰਦੀ ਕਿਉਂ ਨਹੀਂ ਭਲਾ ਮੇਰੇ ਨਾਲ? ਮੂੰਹ ਵਿੱਚ ਘੁੰਗਣੀਆਂ ਉਬਲੀਆਂ ਰੱਖੀਆਂ ਨਹੀਂ। ਤੀਵੀਂ ਅਜੇ ਵੀ ਨਾ ਬਿਰਕੀ। ਦੀਨੇ ਨੇ ਇੱਕ ਰੋਟੀ ਮਰੋੜ ਕੇ ਕੁਝ ਮੋਟੀਆਂ ਗਰਾਈਆਂ ਅੰਦਰ ਨਿਘਾਰੀਆਂ। ਫਿਰ ਉਹ ਗਰਾਈਆਂ ਅੰਦਰ ਲੰਘਣੋਂ ਇਨਕਾਰੀ ਹੋ ਗਈਆਂ। ਉਹਨੇ ਪਾਣੀ ਦੇ ਕੁਝ ਕੌੜੇ ਘੁੱਟ ਪੀਤੇ ਤੇ ਰੋਟੀਆਂ ਵਾਲੀ ਚਕੋਰ ਪਰਾਂ ਧਰਦਿਆਂ ਬੋਲਿਆ, ਮੇਰੇ ਨਾਲ ਕੁੰਦੀ ਕਿਉਂ ਨਹੀਂ? ਬਸ ਵੇਖੀ ਜਾਂਦੀ ਐ ਜਿਵੇਂ ਮੈਨੂੰ ਜਿੰਨ ਚਿੰਬੜੇ ਹੁੰਦੇ ਨੇ। ਅੱਲਾ ਨਾ ਕਰੇ, ਤੀਵੀਂ ਬੋਲੀ, ਪਰ ਮੈਨੂੰ ਤਾਂ ਇਹੋ ਜਾਪਦਾ ਏ। ਦਿਨੇ ਦਾ ਮੂੰਹ ਹੈਰਾਨੀ ਨਾਲ ਖੁੱਲ੍ਹ ਗਿਆ। ਉਹਨੂੰ ਆਸ ਨਹੀਂ ਸੀ ਕਿ ਬਸ਼ੀਰੇ ਦੀ ਮਾਂ ਬੋਲੇਗੀ ਕਿ ਇੰਨੇ ਦਿਨਾਂ ਦੀ ਹਠੀਲੀ ਚੁੱਪ ਨੂੰ ਉਹ ਅੱਜ ਅਚਨਚੇਤ ਇਸ ਤਰ੍ਹਾਂ ਤੋੜ ਦੇਗੀ। ਕੁਝ ਚਿਰ ਹੈਰਾਨੀ ਨੇ ਉਹਨੂੰ ਸੰਭਲ ਨਾ ਦਿੱਤਾ। ਜਦੋਂ ਉਹਦੀਆਂ ਹੋਸ਼ਾਂ ਮੁੜੀਆਂ ਤਾਂ ਉਹ ਬੋਲਿਆ, ਮੈਂ ਜਾਣਦਾ ਹਾਂ ਜੋ ਕੁਝ ਤੇਰੇ ਦਿਲ ਵਿੱਚ ਏ, ਪਰ ਮੈਂ ਕੀ ਕਰਾਂ? ਤੇਰੇ ਪੁੱਤਰੀ ਮੈਨੂੰ ਨਹੀਂ ਜਿਉਣ ਦਿੰਦੇ। ਹੁਣ ਬਸ਼ੀਰਾ ਕੱਲ੍ਹ ਤਕਾਲਾਂ ਤੀਕ 50 ਛਵੀਆਂ ਤਿਆਰ ਆਖ ਗਿਆ ਸੀ। ਮੈਂ ਰਤਾ ਖੁੰਝ ਗਿਆ ਤਾਂ ਉਹਨੇ ਮੇਰੇ ਗਲ ਨੂੰ ਆਉਣਾ ਏ। ਤੂੰ ਆਖਨੀ ਐ ਇਹ ਤੇ ਉਹ। ਮੈਂ ਆਨਾ ਵਾਂ, ਜੇ ਮੈਂ ਰਤਾ ਉਹਨਾਂ ਦੀ ਨਾਬਰੀ ਕਰਾਂ ਤਾਂ ਉਹ ਮੇਰੇ ਡੱਕਰੇ ਘਰ ਸੁੱਟਣਗੇ, ਮੇਰੇ ਸੀਰਮੇ ਪੀ ਜਾਣਗੇ। ਪੁੱਤਰ ਉਹ ਤੇਰੇ ਨੇ ਜਾਂ ਕਿਸੇ ਹੋਰੀ ਦੇ? ਬਸ਼ੀਰੇ ਦੀ ਮਾਂ ਨੇ ਪੁੱਛਿਆ ਤੇ ਫਿਰ ਉਹ ਅੰਦਰ ਹੀ ਅੰਦਰ ਆਪਣੀ ਇਸ ਪੁੱਛ 'ਤੇ ਸ਼ਰਮਸ਼ਾਰ ਹੋ ਗਈ। ਮੇਰੇ ਹੀ ਨੇ, ਦਿਨੇ ਨੇ ਮੂਰਖਾਂ ਵਾਂਗ ਆਖਿਆ। ਫਿਰ ਡਰਨਾ ਉਹਨਾਂ ਨੂੰ ਤੇਰੇ ਤੋਂ ਚਾਹੀਦਾ ਏ ਜਾਂ ਤੈਨੂੰ ਉਹਨਾਂ ਤੋਂ? ਤੇਰੇ ਲਈ ਗੱਲਾਂ ਬਣਾਉਣੀਆਂ ਸੌਖੀਆਂ ਨੇ, ਉਹ ਬੋਲਿਆ, ਜਿਵੇਂ ਭਲਾ ਤੂੰ ਆਪਣੇ ਪੁੱਤਰਾਂ ਨੂੰ ਨਹੀਂ ਜਾਣਦੀ। ਜਿਹੋ ਜਿਹੇ ਰਾਸ਼ੇ ਨੇ ਉਹ, ਮੇਰੀ ਬਜਾ ਲੈ ਉਹਨਾਂ ਅੱਗੇ ਕੁਸਕ ਜਾਵਾਂ। ਮੇਰੇ ਜਿਉਂਦੇ ਦੀ ਖਲੜੀ ਨਾ ਉਧੇੜ ਦੇਣਗੇ। ਪੁੱਤਰ ਤਾਂ ਉਹ ਮੇਰੇ ਵੀ ਨੇ। ਤੀਵੀਂ ਦੇ ਲਹਿਜ਼ੇ ਵਿੱਚ ਰਤਾ ਨਰਮਾਈ ਆ ਗਈ। ਤੂੰ ਵੇਖਣਾ ਏ ਕਿਵੇਂ ਹਰ ਵੇਲੇ ਮੈਨੂੰ ਵੱਡੂ ਵੱਡੂ ਕਰਦੇ ਰਹਿੰਦੇ ਨੇ, ਕਿਵੇਂ ਗੱਲ ਗੱਲ 'ਤੇ ਮੈਨੂੰ ਭੱਜ ਕੇ ਪੈਂਦੇ ਨੇ, ਪਰ ਮੈਂ ਉਹਨਾਂ ਲਈ ਛਵੀਆਂ ਨਹੀਂ ਬਣਾਉਂਦੀ ਫਿਰਦੀ। ਫੇਰ ਕੀ ਹੋਇਆ? ਉਹ ਬੋਲਿਆ, ਮੈਂ ਤਾਂ ਨਿਰੀਆਂ ਬਣਾਉਂਦਾ ਹੀ ਹਾਂ, ਲੋਕਾਂ ਨੂੰ ਵੱਢਦਾ ਤਾਂ ਨਹੀਂ ਫਿਰਦਾ। ਇਹ ਵੱਢਣ ਨਾਲੋਂ ਵੀ ਬੁਰਾ ਹੈ, ਤੀਵੀਂ ਬੋਲੀ। ਵੱਢਣ ਵਾਲਾ ਤਾਂ 1 2 ਜਾਂ ਹੱਦ 5 ਹੀ ਵੱਢਦਾ ਏ
ਤੇਰੇ ਹੱਥ ਦੀ ਬਣਾਈ ਇੱਕ ਛਵੀ ਕਈ ਵੀਹਾਂ ਨੂੰ ਵੜਦੀ ਏ। ਇੱਕ ਕੰਬਣੀ ਦੀਨੇ ਦੀ ਖੰਗਰੋੜ ਵਿੱਚੋਂ ਲੰਘ ਗਈ। ਫਿਰ ਇੱਕ ਕਾਂਬਾ ਉਹਦੇ ਲੂੰ ਵਿੱਚ ਛਿੜ ਗਿਆ। ਕਿੰਨਾ ਚਿਰ ਉਹ ਕੁਝ ਬੋਲ ਨਾ ਸਕਿਆ। ਜਦੋਂ ਉਹਨੂੰ ਆਵਾਜ਼ ਲੱਭੀ ਤਾਂ ਉਹ ਬੋਲਿਆ, ਮੈਨੂੰ ਆਂਦੀ ਏ, ਪੁੱਤਰਾਂ ਨੂੰ ਨਹੀਂ ਮੋੜਦੀ ਜਿਹੜੇ ਸਲਾਰ ਬਣੇ ਫਿਰਦੇ ਨੇ। ਇੱਕ ਇੱਕ ਰਾਤ ਵਿੱਚ 2-2 ਪਿੰਡ ਫੂਕ ਛੱਡਦੇ ਨੇ। ਮੇਰੀ ਉਹ ਸੁਣਦੇ ਨੇ ਜਾਂ ਤੂੰ ਸੁਣਦਾ ਏ? ਤੀਵੀਂ ਦਾ ਲਹਿਜ਼ਾ ਹੋਰ ਨਰਮ ਹੋ ਗਿਆ ਸੀ। ਮੈਂ ਕਿਸੇ ਨੂੰ ਕੀ ਆਖਣ ਜੋਗੀ ਹਾਂ? ਹਰ ਕਿਸੇ ਨੇ ਆਪੋ ਆਪਣੇ ਗੁਨਾਹਾਂ ਦਾ ਜਵਾਬ ਦੇਣਾ ਏ। ਮੈਨੂੰ ਕੀ ਲੋੜ ਪਈ ਹੈ ਕੁਝ ਆਖਣ ਦੀ? ਕੁਝ ਚਿਰ ਉਹ ਦੋਵੇਂ ਚੁੱਪਚਾਪ ਫਰਸ਼ ਨੀਜ਼ਦੇ ਰਹੇ। ਅਚਨਚੇਤ ਤੀਵੀਂ ਬੋਲੀ, ਤੇ ਤੂੰ ਰੋਟੀ ਕਿਉਂ ਨਹੀਂ ਖਾਂਦਾ ਪਿਆ? ਭੁੱਖਿਆਂ ਸੁੱਕਣਾ ਈ? ਰੋਟੀਆਂ ਵਾਲੀ ਚਕੋਰ ਖਿੱਚ ਕੇ ਉਹਨੇ ਦੀਨੇ ਦੇ ਅੱਗੇ ਕਰ ਦਿੱਤੀ। ਬਾਹਰਲੇ ਬੂਹੇ 'ਤੇ ਹੋਈ ਮਹੀਨ ਟਕੋਰ ਨੇ ਦੀਨੇ ਨੂੰ ਚੁਕਾ ਦਿੱਤਾ। ਉਹ ਹੜਬੜਾ ਕੇ ਉੱਠ ਬੈਠਾ। ਉਹ ਜਾਣਦਾ ਸੀ ਕਿ ਬਸ਼ੀਰੇ ਜਾਂ ਉਸਦੇ ਸਾਥੀਆਂ ਤੋਂ ਛੁੱਟ ਹੋਰ ਕੋਈ ਨਹੀਂ ਹੋ ਸਕਦਾ। ਹਾਂ, ਉਹ ਉਹਨਾਂ ਨੂੰ ਚੇਤਾਵਨੀ ਕਰਾਉਣ ਲਈ ਆਏ ਸਨ। ਕੁੰਡੇ 'ਤੇ ਪਿਆ ਉਹਦਾ ਹੱਥ ਜੱਗੋ ਤਕਿਆ ਵਿੱਚ ਪੈ ਗਿਆ। ਉਹਨੇ ਭੱਠੀ ਵੱਲ ਵੇਖਿਆ। ਉਹ ਪਾ ਕਰ ਰਹੀ ਸੀ। ਸਭ ਠੀਕ ਤੇ ਥਾਂ ਸਿਰ ਸੀ। ਉਹਨੇ ਕੁੰਡਾ ਖੋਲ੍ਹ ਦਿੱਤਾ। ਸਾਵਣ ਭਾਦੋਂ ਦੇ ਮੀਂਹਾਂ ਨਾਲ ਸਿੱਲੇ ਹੋਏ ਬੂਹੇ ਦੀ ਚੁੱਥੀ ਚੀਖੀ। ਘਬਰਾ ਕੇ ਦੀਨਾ ਅੰਦਰ ਵੱਲ ਨੂੰ ਨੱਸਿਆ ਤੇ ਭੱਠੀ ਨਾਲ ਠੋਕਰ ਖਾਣੋਂ ਮਸਾਂ ਬਚਿਆ। ਉਹਦੀ ਘਰਵਾਲੀ ਦਾ ਰੰਗ ਪੂਣੀ ਵਰਗਾ ਹੋ ਗਿਆ ਤੇ ਇੱਕ ਚੀਕ ਅਫਸਿਓਂ ਦੇ ਬੁੱਲ੍ਹਾਂ ਵਿੱਚੋਂ ਨਿਕਲ ਗਈ। ਬੂਹੇ ਵਿੱਚ ਠਾਕਰ ਦੁਆਰੇ ਵਾਲੀ ਬੁੱਢੀ ਪਰੋਤ ਖਲੋਤੀ ਸੀ। ਉਹਦੇ ਹਲਦੀ ਧੁੜੇ ਮੂੰਹ 'ਤੇ ਝੁਰੜੀਆਂ ਦਾ ਜਾਲ ਵਿਛਿਆ ਹੋਇਆ ਸੀ ਤੇ ਉਹਦੀਆਂ ਧੌਲੀਆਂ ਲੀਟਾਂ ਵਾਲਾ ਸਿਰ ਕੰਬੀ ਜਾਂਦਾ ਸੀ। ਭੈਭੀਤ ਅੱਖਾਂ ਨਾਲ ਦੀਨਾ ਅਤੇ ਉਹਦੀ ਘਰਵਾਲੀ ਬੁੱਢੜੀ ਵੱਲ ਵੇਖ ਰਹੇ। ਉਹ ਬਿਲਕੁਲ ਉੱਦਾਂ ਦੀ ਸੀ ਜਿੱਦਾਂ ਦੀ ਜਿਉਂਦਿਆਂ ਹੁੰਦੀ ਸੀ, ਪਰ ਹੁਣ ਤਾਂ ਉਹ ਭੂਤ ਬਣ ਚੁੱਕੀ ਸੀ। ਅਖੀਰ ਦੀਨੇ ਦੀ ਘਰਵਾਲੀ ਨੇ ਹੌਸਲਾ ਕੀਤਾ ਤੇ ਬੋਲੀ, ਚਾਚੀ ਪਰੋਤਨੀਏ, ਤੂੰ ਅਜੇ ਜਿਉਣੀ ਏ? ਬੁੱਢੜੀ ਨੇ ਕੋਈ ਉੱਤਰ ਨਾ ਦਿੱਤਾ। ਤਾਂ ਦੀਨੇ ਦੀ ਘਰਵਾਲੀ ਨੂੰ ਯਾਦ ਆਇਆ ਕਿ ਪਰੋਤਨੀ ਤਾਂ ਉੱਚਾ ਸੁਣਦੀ ਸੀ। ਸ਼ਾਇਦ ਮਰ ਕੇ ਵੀ ਉਹਦਾ ਬੋਲਾਪਣ ਠੀਕ ਨਹੀਂ ਹੋਇਆ ਹੋਣਾ। ਬੁੱਢੜੀ ਦੇ ਹੋਰ ਨੇੜੇ ਹੋ ਕੇ ਉੱਚੀ ਆਵਾਜ਼ ਵਿੱਚ ਉਹਨੇ ਆਪਣੀ ਗੱਲ ਦੁਹਰਾਈ। ਬੁੱਢੜੀ ਦੀਆਂ ਅੱਖਾਂ ਵਿੱਚ ਸਮਝ ਲਿਸ਼ਕੀ ਤੇ ਉਹ ਬੋਲੀ, ਦਿਸਦਾ ਨਹੀਂ ਤੁਹਾਨੂੰ ਮੈਂ ਅਜੇ ਜਿਉਂਦੀ ਪਈ ਹਾਂ? 7 ਦਿਨ ਮੈਨੂੰ ਮੋਰਕਾ ਤਾਪ ਚੜ੍ਹਦਾ ਰਿਹਾ ਏ। ਅੰਦਰ ਕੋਠੜੀ ਵਿੱਚ ਪਈ ਮੈਂ ਕੱਲੀ ਮੁਕੱਲੀ ਪੁੱਜਦੀ ਰਹੀ ਹਾਂ। ਕਿਸੇ ਨੇ ਮੈਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ। ਤੁਲਸੀ ਕਿੰਨਿਆਂ ਦਿਨਾਂ ਦਾ ਵਾਂਢੇ ਗਿਆ ਹੋਇਆ ਏ। ਭਾਵੇਂ ਮੈਂ ਉਹਦੇ ਪਿੱਛੋਂ ਹੀ ਬੀਤ ਜਾਂਦੀ। ਤੇ ਹੋਰ ਬੰਦੇ ਦਾ ਕੀ ਏ? ਅੱਜ ਮੇਰਾ ਤਾਪ ਲੱਥ ਗਿਆ ਏ। ਮੇਰੇ ਕੋਲੋਂ ਉੱਠ ਖੜੋਤਾ ਨਹੀਂ ਸੀ ਜਾਂਦਾ, ਪਰ ਮੈਂ ਆਪਣੇ ਮਨ ਨੂੰ ਦਲੇਰੀ ਦਿੱਤੀ ਤੇ ਇੱਥੇ ਤੱਕ ਆ ਗਈ। ਤੇ ਐਡੇ ਡਰੇ ਭੌਰੇ ਹੋਏ ਕਿਉਂ ਹੋ ਤੁਸੀਂ ਦੋਵੇਂ? ਬੋਲਣ ਲਈ ਬੁੱਢੀ ਤਰੇਲਿਓਂ ਤਰੇਲੀ ਹੋ ਗਈ। ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ। ਪੁੜਪੜੀਆਂ ਨੂੰ ਘੁੱਟਦੀ ਤੇ ਪੈਰਾਂ ਭਾਰ ਫਰਸ਼ 'ਤੇ ਬਹਿ ਗਈ। ਉਹਦੀਆਂ ਅੱਖਾਂ ਦੀਆਂ ਪੁਤਲੀਆਂ ਬੇਹਿੱਸ ਹੁੰਦੀਆਂ ਜਾਂਦੀਆਂ ਸਨ ਤੇ ਹਰ ਸਾਹ ਉਹਦਾ ਅਖੀਰਲਾ ਸਾਹ ਜਾਪਦਾ ਸੀ। ਅਨੋਖੇ ਧਰਵਾਸ ਨਾਲ ਦੀਨੇ ਤੇ ਉਸਦੀ ਘਰਵਾਲੀ ਨੇ ਇੱਕ ਦੂਜੇ ਵੱਲ ਵੇਖਿਆ। ਇਹ ਸੱਚ ਸੀ ਕਿ ਪਰੋਤਨੀ ਹੀ ਸੀ, ਪਰੋਤਨੀ ਦਾ ਪ੍ਰੇਤ ਨਹੀਂ ਸੀ। ਮੋਹਰ ਕੇ ਤਾਪ ਨੇ ਉਹਨੂੰ ਉਸ ਹੋਣੀ ਤੋਂ ਬਚਾ ਲਿਆ ਸੀ ਜੋ ਪਿੰਡ ਦੇ ਲੋਕਾਂ ਨਾਲ ਵਾਪਰੀ ਸੀ। ਉਹਦੇ ਬੋਲੇਪਨ ਨੇ ਉਹਦੇ ਕੰਨੀ ਉਸ ਦੁਖਾਂਤ ਦੀ ਭਿਣਕ ਨਹੀਂ ਸੀ ਪੈਣ ਦਿੱਤੀ ਜੋ ਪਰਸੋਂ ਜੁਮੇ ਰਾਤ ਨੂੰ ਇਸ ਪਿੰਡ ਵਿੱਚ ਖੇਡਿਆ ਗਿਆ ਸੀ। ਉਹ ਅਜੇ ਤੀਕ ਨਹੀਂ ਸੀ ਜਾਣਦੀ ਕਿ ਪਾਕਿਸਤਾਨ ਉਹਦੇ ਪਿੰਡ ਵਿੱਚ ਆ ਗਿਆ ਸੀ ਤੇ ਪਿੰਡ ਦੇ ਹਿੰਦੂਆਂ ਸਿੱਖਾਂ ਵਿੱਚੋਂ ਇੱਕ ਵੀ ਜੀਅ ਨਹੀਂ ਸੀ ਬਚਿਆ, ਛੁੱਟ ਕੁਝ ਕੁੜੀਆਂ ਦੇ ਜੋ ਫਸਾਦੀਆਂ ਦੇ ਸਾਂਭ ਲਈਆਂ ਸਨ। ਅਚਨਚੇਤ ਪਰੋਤਨੀ ਬੋਲੀ, ਵੇ ਦੀਨਿਆ, ਮੇਰੀ ਬੱਕਰੀ ਨਹੀਂ ਵੇਖੀ? ਬੱਕਰੀ? ਦੀਨੇ ਨੇ ਸੋਚਿਆ। ਇਹਨਾਂ ਦਿਨਾਂ ਵਿੱਚ ਜਦੋਂ ਫਸਾਦੀਆਂ ਦੀਆਂ ਧਾੜਾਂ ਨੇ ਹਥਿਆਈ ਮਵੇਸ਼ੀ ਲਵੇਰੀਆਂ ਸਮੇਤ ਰਿੰਨ ਪਕਾ ਕੇ ਰੜਕ ਛੱਡੇ ਸਨ, ਪਰੋਤਨੀ ਨੇ ਆਪਣੀ ਬੱਕਰੀ ਦੀ ਭਲੀ ਪੁੱਛੀ ਸੀ। ਖੌਰੇ ਕਿੱਥੇ ਭੱਜੀ ਫਿਰਦੀ ਏ? ਬੁੱਢੀ ਕਹਿੰਦੀ ਸੀ। ਤੇ ਉੱਤੋਂ ਉਹ ਸੂਣ ਵਾਲੀ ਏ। ਮੇਰੇ ਤੋਂ ਤਾਂ ਹੁਣ ਆਪਣਾ ਆਪ ਸਾਂਭ ਨਹੀਂ ਹੁੰਦਾ। ਮੈਂ ਕਿੱਥੇ ਟੋਲਦੀ ਫਿਰਾਂ? ਨਾਲੇ ਉਹਨਾਂ ਕੋਈ ਮੈਨੂੰ ਫੜਾਈ ਦੇਣੀ ਏ। ਰੱਬ ਤੇਰਾ ਭਲਾ ਕਰੇ। ਜੇ ਕਿਤੇ ਤੇਰੀ ਨਜ਼ਰੀ ਪਵੇ ਤਾਂ ਬੰਨ ਛੱਡੀ ਸੂ। ਵੇਖੇ ਨਾ ਸੂਣ ਵਾਲੀ ਜੋ ਹੋਈ। ਮੈਂ ਆਨੀ ਹਾਂ ਕਿਤੇ ਬਾਹਰ ਹੀ ਨਾ ਸੂ ਪਵੇ। ਦੀਨਾ ਬੋਲਿਆ, ਮਾਈ ਕੋਈ ਨਹੀਂ ਗੀ ਤੇਰੀ ਬੱਕਰੀ। ਉਹ ਖਾਧੀ ਪੀਤੀ ਗਈ ਏ। ਲੋਕਾਂ ਨੂੰ ਉਹਦੇ ਢਕਾਰ ਪਏ ਆਉਂਦੇ ਨੇ। ਪਰ ਬੁੱਢੀ ਨੂੰ ਕੁਝ ਸੁਣਾਈ ਨਾ ਦਿੱਤਾ। ਉਹ ਆਪਣੀ ਗੱਲ ਉੱਚੀ ਆਵਾਜ਼ ਵਿੱਚ ਦੁਹਰਾਉਣ ਹੀ ਲੱਗਾ ਸੀ ਕਿ ਉਹਦੀ ਘਰਵਾਲੀ ਨੇ
ਉਹਨੂੰ ਸੈਣਤ ਨਾਲ ਵਰਜ ਦਿੱਤਾ। ਤੇ ਆ ਵੇਖੇ ਨਾ, ਪਰੋਤਨੀ ਬੋਲੀ, ਇਹ ਸੰਗਲੀ ਮੈਨੂੰ ਠਾਕਰ ਦੁਆਰੇ ਦੀ ਦਲੀਜ ਕੋਲੋਂ ਲੱਭੀ ਹੈ। ਖੌਰੇ ਚੰਦਰੀ ਸੰਗਲੀ ਕਿਵੇਂ ਤੁੜਾ ਗਈ ਹੈ, ਵੇਖ ਤਾਂ ਸਹੀ। ਆ ਤੇ ਛੱਲਾ ਹੀ ਟੁੱਕਿਆ ਗਿਆ ਏ, ਜਿਸ ਦੇ ਅੰਦਰ ਵਿੱਚ ਕੁੰਡੀ ਅੜਾਈ ਦੀ ਏ। ਮੈਂ ਆਖਿਆ ਜਾ ਕੇ ਦੀਨੇ ਨੂੰ ਆਖਾਂ ਮੈਨੂੰ ਸੰਗਲੀ ਤਾਂ ਜੋੜ ਦੇ। ਦੀਨੇ ਨੇ ਵੇਖਿਆ ਬੁੱਢੀ ਨੇ ਆਪਣੇ ਹੱਥਾਂ ਵਿੱਚ ਬੱਕਰੀ ਨੂੰ ਬੰਨ੍ਹਣ ਵਾਲੀ ਸੰਗਲੀ ਚੁੱਕੀ ਹੋਈ ਸੀ, ਜੋ ਵਿਚਕਾਰੋਂ ਟੁੱਟੀ ਹੋਈ ਸੀ। ਬੱਕਰੀ ਦੀ ਧੌਣ 'ਤੇ ਪਏ ਕਿਸੇ ਤਿੱਖੇ ਟੋਕੇ ਦੇ ਵਾਰ ਨੇ ਸੰਗਲੀ ਨੂੰ ਦੋ ਟੁੱਕ ਕਰ ਦਿੱਤਾ ਸੀ। ਕਿੰਨੇ ਚਿਰ ਤੋਂ ਦੀਨੇ ਦੀ ਘਰਵਾਲੀ ਬੁੱਢੀ ਨੂੰ ਵੇਰਵੇ ਨਾਲ ਵੇਖ ਰਹੀ ਸੀ। ਉਹਦੇ ਅੰਦਰ ਕੋਈ ਉਥਲ ਪੁਥਲ ਹੋ ਰਹੀ ਜਾਪਦੀ ਸੀ। ਆਖਰ ਉਹਦੀਆਂ ਸੋਚਾਂ ਦੇ ਅੰਤ 'ਤੇ ਕੋਈ ਝਰੋਖਾ ਖੁੱਲ੍ਹਦਾ ਜਾਪਿਆ ਤੇ ਉਹ ਬੋਲੀ, ਚਾਚੀ ਪਰੋਤਣੀਏ, ਪਰਾਂ ਤੂੰ ਸਾਡੇ ਘਰ ਵਿੱਚ ਹੀ ਰਹਿ ਪੋ। ਠਾਕਰ ਦੁਆਰੇ ਜੋ ਕੱਲੀ ਮੁਕੱਲੀ ਬੈਠੀ ਰਹਿੰਦੀ ਹੈ, ਨਾਲੇ ਅੱਜ ਤਾਂ ਤੇਰਾ ਤਾਪ ਲੱਥਾ ਏ। ਇੱਥੇ ਆਪਣਾ ਰਿੰਨ ਪਕਾ ਲਈ, ਭਾਂਡੇ ਠਿੰਡੇ ਵੀ ਆਪਣੇ ਲੈ ਆ। ਤੇਰਾ ਹਿੰਦੂ ਜਨਮ ਜੋ ਹੋਇਆ, ਤੁਲਸੀ ਵਾਂਢਿਓ ਆ ਲਵੇ, ਫਿਰ ਚਲੇ ਜਾਇਓ ਜੇ। ਪੁਰੋਤਾਣੀ ਬਹੁਤ ਹੀ ਬੋਲੀ ਹੋਈ ਜਾਪਦੀ ਸੀ। ਸ਼ਾਇਦ ਮੋਰ ਕੇ ਤਾਪ ਨੇ ਉਹਦੇ ਕੰਨਾਂ 'ਤੇ ਚੱਪੇ ਚਾੜ ਦਿੱਤੇ ਸਨ। ਇੰਨੀ ਲੰਮੀ ਗੱਲ ਵਿੱਚ ਉਹਨੇ ਕੇਵਲ ਤੁਲਸੀ ਦਾ ਨਾਂ ਹੀ ਸੁਣਿਆ ਸੀ। ਮੈਂ ਜੋ ਆਨੀ ਆ, ਤੁਲਸੀ ਵਾਂਢੇ ਗਿਆ ਏ। ਰਾਮੇ ਸ਼ਾਹ ਦੀ ਧੀ ਦਾ ਸ਼ਗਨ ਲੈ ਕੇ ਨਵੇਂ ਚੱਕ ਕੁੜਮਾ ਦੇ ਘਰ ਗਿਆ ਏ। ਅੱਸੂ ਦੀ ਪਹਿਲੀ ਨੂੰ ਪ੍ਰੀਤੋ ਦਾ ਸਾਹਾ ਸੁਧਿਆ ਏ। ਸ਼ਾਹ ਨੂੰ ਮੈਂ ਆਖਿਆ, ਪਰ ਐਤਕੀ ਮੈਨੂੰ ਇੱਕ ਗਊ ਮਣਸ ਛੱਡੀ। ਤੇ ਹੋਰ ਕੀ, ਸਾਹਾਂ ਦੇ ਘਰ ਢੰਗ ਕੋਈ ਨਿੱਤ ਨਿੱਤ ਪੈਂਦੇ ਨੇ। ਨਾਲੇ ਤੂੰ ਆਪ ਸਿਆਣੀ ਏ, ਤੁਲਸੀ ਦੀ ਖੁਸ਼ਕੀ ਵਾਲੀ ਜਾਨ ਏ, ਘਰ ਵਿੱਚ ਦੁੱਧ ਦਹੀਂ ਦੀ ਮੌਜ ਰਹੇਗੀ। ਬੁੱਢੀ ਦੀ ਗੱਲ ਅਣਸੁਣੀ ਕਰਦੀ ਦੀਨੇ ਦੀ ਘਰਵਾਲੀ ਦੀਨੇ ਦੀਆਂ ਨਜ਼ਰਾਂ ਭਾਲ ਰਹੀ ਸੀ। ਉਹ ਕੁਝ ਆਖਣਾ ਚਾਹੁੰਦੀ ਸੀ, ਕੁਝ ਮਸ਼ਵਰਾ ਕਰਨਾ ਚਾਹੁੰਦੀ ਸੀ, ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਦੀਨਾ ਬੋਲ ਉੱਠਿਆ, ਮੈਂ ਜਾਣਦਾ ਵਾਂ ਤੇਰੇ ਦਿਲ ਵਿੱਚ ਇਹ, ਪਰ ਇਹ ਗੱਲ ਸਾਥੋਂ ਪੁੱਗਣੀ ਨਹੀਂ। ਮੈਨੂੰ ਕੋਈ ਉਜ਼ਰ ਨਹੀਂ, ਪਰ ਇਹਨੂੰ ਕਿਹੜੇ ਭੜੋਲੇ ਪਾ ਕੇ ਰੱਖੇਂਗੀ। ਹੁਣ ਉਹ ਤੇਰੇ ਢਿੱਡੋਂ ਜੰਮੇ ਆਦਮਬੋ ਕਰਦੇ ਆਣਗੇ ਤੇ ਜਾਣਦੀ ਏ, ਉਹਨਾਂ ਨੂੰ ਕੋਈ ਗੱਲ ਲੁਕੀ ਨਹੀਂ ਰਹਿੰਦੀ। ਉਹਨਾਂ ਨੂੰ ਅਜੇ ਪਤਾ ਲੱਗ ਜਾਣਾ ਏ ਤੇ ਫਿਰ ਉਹਨਾਂ ਸਾਡੀ ਉਹ ਪਾਪ ਕਰਨੀ ਏ ਜੋ ਕਦੀ ਕਿਸੇ ਨਾ ਕੀਤੀ ਹੋਵੇ। ਬੁੱਢੀ ਜਾਨੀ, ਦੀਨੇ ਦੀ ਘਰਵਾਲੀ ਨੇ ਤਰਲਿਆ, ਆਪਣੇ ਪਿੰਡ ਦੇ ਖਤਰੰਮੇ ਦੀ ਇੱਕੋ ਇੱਕ ਨਿਸ਼ਾਨੀ ਏ। ਠਾਕਰ ਦੁਆਰੇ ਪਰੋਤਨੀ ਅੱਲਾ ਨਾਂ ਲੈਣ ਵਾਲੀ ਏ। 2-4 ਦਿਨਾਂ ਦੀ ਗੱਲ ਹੈ, ਇਹਦਾ ਪੁੱਤਰ ਵਾਂਢਿਓ ਮੁੜ ਲਵੇ, ਫਿਰ ਇਹਨਾਂ ਨੂੰ ਕਿਸੇ ਹੋਰ ਪਿੰਡ ਘੱਲ ਦਿਆਂਗੇ। ਕਿਹੜੇ ਪਿੰਡ ਘੱਲੇਂਗੀ ਇਹਨੂੰ? ਦੀਨੇ ਨੇ ਚੀਕ ਕੇ ਆਖਿਆ, ਕਿਹੜਾ ਪਿੰਡ ਰਹਿ ਗਿਆ ਏ ਜਿੱਥੇ ਬਚੀ ਰਹੇਗੀ? ਤੇ ਇਹਦਾ ਪੁੱਤਰ ਹੁਣ ਵਾਂਢਿਓ ਨਹੀਂ ਮੁੜਨ ਲੱਗਾ। ਉਹ ਐਤਕੀ ਉੱਥੇ ਵਾਂਢੇ ਗਿਆ ਏ ਜਿੱਥੋਂ ਕੋਈ ਨਹੀਂ ਮੁੜਦਾ। ਨਵੇਂ ਚੱਕ ਦੇ ਸਭ ਖੱਤਰੀ ਮਾਰੇ ਗਏ ਨੇ, ਕੋਈ ਬੀ ਪਾਣ ਜੋਗਾ ਨਹੀਂ ਬਚਿਆ। ਤੀਵੀਂ ਦਾ ਮੂੰਹ ਹਿੱਸ ਗਿਆ। ਕੰਬਦੀ ਉਂਗਲੀ ਉਹਨੇ ਆਪਣੇ ਬੁੱਲ੍ਹੇ ਨਾਲ ਜੋੜੀ ਤੇ ਬੋਲੀ, ਹੌਲੀ ਨਹੀਂ ਬੋਲ ਹੁੰਦਾ ਤੇਥੋਂ। ਹੁਣ ਉਹਨੂੰ ਸੁਣਾ ਛੱਡੇਗਾ ਕਿ ਉਹਦਾ ਪੁੱਤਰ ਮਾਰਿਆ ਗਿਆ ਏ। ਹੁਣ ਤੱਕ ਉਹਨਾਂ ਬਹੁਤੀਆਂ ਗੱਲਾਂ ਗੋਸ਼ਿਆਂ ਵਿੱਚ ਕੀਤੀਆਂ ਸੀ, ਪਰ ਇਹ ਗੋਸ਼ੇ ਬੇਲੋੜੇ ਸਨ। ਉਹ ਕਿੰਨੀਆਂ ਹੀ ਉੱਚੀਆਂ ਗੱਲਾਂ ਕਰਦੇ, ਬੁੱਢੀ ਨੂੰ ਕੋਈ ਕੰਸੋ ਨਹੀਂ ਸੀ ਪੈਣੀ। ਬੁੱਢੀ ਨੇ ਆਪ ਤਾਪ ਲੁਹਾਰੀਆਂ ਅੱਖਾਂ ਉਹਨਾਂ ਦੇ ਮੂੰਹ 'ਤੇ ਗੱਡੀਆਂ ਤੇ ਖਿੱਚ ਕੇ ਬੋਲੀ, ਤੁਸਾਂ ਦੋਹਾਂ ਕੀ ਕੁਸਰ ਮੁਸਰ ਲਾਈ ਏ? ਤੇ ਤੂੰ ਦੀਨੇ ਮੇਰੇ ਵੱਲ ਵੇਂਦਾ ਹੀ ਨਹੀਂ। ਭੈੜਿਆ, ਜੋੜ ਦਿੰਦੋ ਰਤਾ, ਇਹ ਵੀ ਕੋਈ ਵੱਡਾ ਕੰਮ ਵਿੱਚੋਂ ਕੰਮ ਹੈ। ਕੱਲ ਆਈ ਮਾਈ, ਆਪਣਾ ਮੂੰਹ ਬੁੱਢੜੀ ਦੇ ਕੰਨ ਨਾਲ ਜੋੜਦਾ ਦੀਨਾ ਗੱਜਿਆ, ਅੱਜ ਮੈਨੂੰ ਵੇਲ ਨਹੀਂ ਤੇ ਟੁਰਦੀ ਵੀ ਹੁਣ ਘਰ ਨੂੰ। ਹਲਾ ਗੋਡਿਆਂ 'ਤੇ ਹੱਥ ਰੱਖ ਕੇ ਉੱਠਦੀ ਬੁੱਢੀ ਕਰਾਹੀ, ਉੱਠਾ ਤੂੰ ਕੱਲ ਆਣਾ ਏ ਤਾਂ ਕੱਲ ਹੀ ਸਹੀ, ਪਰ ਬੱਕਰੀ ਮੇਰੀ ਦਾ ਧਿਆਨ ਰੱਖੀ। ਲੈ ਮੈਂ ਹੁਣੇ ਆਖ ਚੱਲੀ ਹੂੰ, ਨਜ਼ਰੀ ਆਵੀ ਤਾਂ ਬੰਨ ਛੱਡੀ, ਖੌਰੇ ਰੁੜ-ਪੁੜ ਜਾਣੀ ਕਿੱਥੇ ਭੱਜੀ ਫਿਰਦੀ ਏ। ਤੇ ਇਸ ਤੋਂ ਪਹਿਲਾਂ ਕਿ ਦੀਨੇ ਦੀ ਘਰਵਾਲੀ ਉਹਨੂੰ ਰੋਕਦੀ ਤੇ ਲੜਖੜਾਉਂਦੀ ਹੋਈ ਬੁੱਢੀ ਬਾਹਰ ਗਲੀ ਵਿੱਚ ਨਿਕਲ ਟੁਰੀ। ਇਸ ਬੁੱਢੜੀ ਨੇ ਕਿੰਨਾ ਵਕਤ ਖਰਾਬ ਕਰ ਦਿੱਤਾ ਸੀ। ਕੰਮ ਦੇ ਹਰਜ ਦਾ ਦੀਨੇ ਨੂੰ ਬੜਾ ਮੰਦਾ ਲੱਗ ਰਿਹਾ ਸੀ। ਇੰਨੇ ਚਿਰ ਵਿੱਚ ਉਹਨੇ 5 ਛਵੀਆਂ ਤਿਆਰ ਕਰ ਲੈਣੀਆਂ ਸਨ ਤੇ ਬਸ਼ੀਰੇ ਨੇ ਇਹ ਤਾਂ ਨਹੀਂ ਸੀ ਪੁੱਛਣਾ ਕਿ ਉਹ ਕਿਹੜੀਆਂ ਵਾਧੂ ਸਿਰ ਕਪਾਈਆਂ ਵੀ ਲੱਗਾ ਰਿਹਾ ਸੀ। ਉਹਨੇ ਤਾਂ 50 ਛਵੀਆਂ ਗਿਣ ਕੇ ਰਖਵਾ ਲੈਣੀਆਂ ਸਨ। ਉਹਨੇ ਕੰਮ ਵਿੱਚ ਰੁੱਝਣਾ ਚਾਹਿਆ, ਪਰ ਉਹ ਰੁੱਝ ਨਾ ਸਕਿਆ। ਇੱਕ ਧੁਣਕੀ ਉਹਦੇ ਦਿਲ ਵਿੱਚ ਲੱਗ ਗਈ। ਕੰਬਦੀਆਂ ਧੌਲੀਆਂ ਲੀਟਾਂ ਪਿੱਛੇ ਉਹਨਾਂ ਤਾਪ ਚੱਖਲੀਆਂ ਅੱਖਾਂ ਦੀ ਯਾਦ ਮੁੜ ਉਹਦਾ ਅੰਦਰ ਮੱਲ ਖਲੋਂਦੀ। ਅੱਗ ਦੇ 2 ਮੋਟੇ ਵਾਂਡਿਆਂ ਵਾਂਗ
ਉਹ ਅੱਖਾਂ ਉਹਦੇ ਦਿਮਾਗ ਵਿੱਚ ਧਸੀਆਂ ਗਈਆਂ। ਜਿਹੜੀ ਗੱਲ ਉਹਨੂੰ ਸਭ ਤੋਂ ਬਹੁਤੀ ਉਪਰਾਮ ਕਰ ਰਹੀ ਸੀ ਉਹ ਬੁੱਢੜੀ ਦੀ ਅਣਜਾਣਤਾ ਸੀ। ਉਹ ਕੁਝ ਨਹੀਂ ਸੀ ਜਾਣਦੀ। ਉਹ ਨਹੀਂ ਜਾਣਦੀ ਸੀ ਕਿ ਤੁਲਸੀ ਨੇ ਕਦੇ ਵਾਂਢਿਓ ਨਹੀਂ ਸੀ ਮੁੜਨਾ, ਨਾ ਹੀ ਪ੍ਰੀਤੋ ਦਾ ਉਹ ਸਾਹਾ ਕਦੀ ਪੁੱਗਣਾ ਈ। ਪ੍ਰੀਤੋ ਨੂੰ ਤਾਂ ਉਹਦੇ ਪਿਓ ਦੀ ਹਵੇਲੀ ਸਮੇਤ ਬਸ਼ੀਰੇ ਨੇ ਸਾਂਭ ਲਿਆ ਸੀ। ਇਹ ਗੱਲ ਬਸ਼ੀਰੇ ਨੇ ਬੜੀ ਮਾੜੀ ਕੀਤੀ ਸੀ। ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਸੀ। ਪਰਾਈਆਂ ਧੀਆਂ ਦੀ ਇੱਜ਼ਤ ਆਪਣੀਆਂ ਧੀਆਂ ਵਰਗੀ ਸੀ। ਤੇ ਕੌਣ ਸੀ ਜੋ ਆਪਣੀਆਂ ਧੀਆਂ ਦੀ ਬੇਪਤੀ ਦਾ ਸਵਾਦ ਆਖਦਾ ਸੀ। ਅਚਨਚੇਤ ਇੱਕ ਭਿਆਨਕ ਝਾਕੀ ਦੀਨੇ ਦੀ ਯਾਦ ਵਿੱਚ ਉੱਪਰ ਪਈ। ਪ੍ਰੀਤੋ ਡਾਂਡਾ ਮਾਰ ਮਾਰ ਕੇ ਆਪਣੇ ਪਿਓ ਦੀ ਲਾਸ਼ ਨਾਲ ਚਿੰਬੜ ਰਹੀ ਸੀ ਤੇ ਬਸ਼ੀਰਾ ਉਹਨੂੰ ਗੁੱਤੋਂ ਧਰੂ ਕੇ ਲੈ ਗਿਆ। ਡੜਿਆਂਦੀ ਵਾਸਤੇ ਪਾਂਦੀ ਉਹ ਉਹਦੇ ਮਗਰ ਖਿਸਕਦੀ ਗਈ ਸੀ। ਫਿਰ ਅਚਨਚੇਤ ਉਹ ਚੁੱਪ ਹੋ ਗਈ ਸੀ, ਜਿਵੇਂ ਹਲਾਲ ਹੋਣ ਤੋਂ ਪਹਿਲਾਂ ਭੇਡ ਚੁੱਪ ਕਰ ਜਾਂਦੀ ਹੈ। ਤੇ ਉਹ ਬਸ਼ੀਰੇ ਦਾ ਪਿਓ ਬਰੂਹਾਂ ਵਿੱਚ ਖਲੋਤਾ ਚੁੱਪਚਾਪ ਇਹ ਨਰਕੀ ਝਾਕੀ ਵੇਖਦਾ ਰਿਹਾ ਸੀ। ਉਹਨੇ ਬਸ਼ੀਰੇ ਨੂੰ ਨਹੀਂ ਵਰਜਿਆ, ਉਹਨੂੰ ਧੌਣੋਂ ਫੜ ਕੇ ਲੰਮਾ ਨਹੀਂ ਸੀ ਪਾਇਆ। ਆਪਣੀ ਧੀ ਦੀ ਪੱਤ ਬਚਾਉਣ ਲਈ ਕੋਈ ਹੀਲਾ ਨਾ ਕਰ ਸਕਿਆ। ਪ੍ਰੀਤੋ ਦੇ ਪੀਲੇ ਭੂਪ ਪਾਲ ਮੂੰਹ ਤੇ ਝਾਂਵਲੇ ਦੀਨੇ ਦੀਆਂ ਅੱਖਾਂ ਸਾਵੇਂ ਨੱਚਣ ਲੱਗੀਆਂ ਤੇ ਉਹਦੀਆਂ ਡਾਂਡਾਂ ਉਹਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ। ਇਕਾਇਕ ਉਹਨੂੰ ਕਾਂਬਾ ਛਿੜ ਗਿਆ, ਬੜੇ ਜ਼ੋਰ ਦਾ ਕਾਂਬਾ ਜੋ ਜਾਪਦਾ ਸੀ ਠੰਡੀ ਯੱਖ ਮੌਤ ਦਾ ਸੁਨੇਹਾ ਸੀ। ਉਹਨੂੰ ਜਾਪਿਆ ਇੱਕ ਕਾਂਬਾ ਮੱਠਾ ਕਰਨ ਲਈ ਇੱਕੋ ਇੱਕ ਤਰੀਕਾ ਇਹ ਸੀ ਕਿ ਭੱਠੀ ਵਿੱਚ ਮਗਦੇ ਲੋਹੇ ਦੇ ਟੋਟੇ ਚੁੱਕ ਕੇ ਆਪਣੀ ਹਿੱਕ ਨਾਲ ਘੁੱਟ ਲਵੇ। ਪਰ ਇਹ ਉਹਦਾ ਸਿਰ ਕਿਵੇਂ ਤਪ ਰਿਹਾ ਸੀ। ਸਾਰੀ ਦੀ ਸਾਰੀ ਭੱਠੀ ਉਹਦੇ ਸਿਰ ਵਿੱਚ ਗੱਡੀ ਗਈ ਸੀ। ਉਹਨੇ ਦੋਹਾਂ ਹੱਥਾਂ ਨਾਲ ਆਪਣੇ ਸਿਰ ਨੂੰ ਘੁੱਟਿਆ। ਹੱਥਾਂ ਦੀਆਂ ਤਲੀਆਂ ਜਿਵੇਂ ਸੇਕ ਨਾਲ ਝਲੂਈਆਂ ਗਈਆਂ। ਉਹਨੂੰ ਜਾਪਿਆ ਉਹ ਪਾਗਲ ਹੋ ਜਾਏਗਾ, ਕੁਝ ਕਰ ਪਏਗਾ। ਉਹਨੂੰ ਨੱਸ ਜਾਣਾ ਚਾਹੀਦਾ ਸੀ, ਦੂਰ ਇਸ ਸਭ ਕਾਸੇ ਤੋਂ, ਬਹੁਤਾ ਦੂਰ। ਅਚੋਪਲੇ ਜੇ ਉਹਨੇ ਬਾਰੀ ਖੋਲ੍ਹੀ ਤੇ ਬਾਹਰ ਕੁੱਦ ਗਿਆ। ਕਿੰਨਾ ਚਿਰ ਉਹ ਵਾਹੋ ਤਾਹੀ ਖੇਤਾਂ ਵਿੱਚ ਭੌਂਦਾ ਰਿਹਾ। ਦੁਪਹਿਰ ਸ਼ਾਮ ਵਿੱਚ ਵੜ ਰਹੀ ਸੀ। ਦੁਮੇਲ ਕੋਲ ਕਿਸੇ ਨੇ ਸੂਰਜ ਨੂੰ ਕਤਲ ਕਰ ਦਿੱਤਾ ਸੀ। ਮਾਸੂਮਾਂ ਦੇ ਲਹੂ ਨਾਲ ਸਾਰਾ ਸਮਾਨ ਰੰਗਿਆ ਗਿਆ ਸੀ। ਇਹ ਲਹੂ ਖਾਲਾਂ ਤੇ ਅੱਡਾਂ ਦੇ ਪਾਣੀਆਂ ਵਿੱਚ ਵੀ ਘੁਲ ਗਿਆ ਸੀ। ਉਹ ਕਮਾਦ ਕਿਸ ਨੇ ਚੁੱਪਣਾ ਸੀ ਜਿਸ ਦੇ ਲਹੂ ਦੇ ਛਿੱਟੇ ਪਏ ਸਨ। ਉਹ ਕਪਾਹ ਕਿਸ ਨੇ ਹੰਢਾਣੀਆਂ ਸੀ ਜਿਨ੍ਹਾਂ ਦੀ ਸਿੰਜਾਈ ਲਹੂ ਨਾਲ ਹੋਈ ਸੀ। ਤੇ ਲਹੂ ਨਾਲ ਵਰਤੀਆਂ ਉਹਨਾਂ ਪੈਲੀਆਂ ਵਿੱਚ ਕਿਹੋ ਜਿਹੀਆਂ ਕਣਕਾਂ ਉੱਗਣੀਆਂ ਸਨ। ਚਾਰੇ ਪਾਸੇ ਲਹੂ ਦਾ ਤਰੌਂਕਾ ਉਹਦੇ ਹੱਥ ਦੀਆਂ ਬਣਾਈਆਂ ਛਵੀ ਨਾਲ ਕੀਤਾ ਗਿਆ ਸੀ। ਹੱਡ ਅਤੇ ਮਾਸ ਦੀ ਇਹ ਫਸਲ ਉਹਦੇ ਹੱਥ ਦੀਆਂ ਬਣਾਈਆਂ ਬਲਮਾਂ ਤੇ ਗੰਡਾਸਿਆਂ ਨਾਲ ਬੀਜੀ ਗਈ ਸੀ ਤੇ ਜਿਹੜੇ 2-4 ਬਚੇ ਸਨ ਉਹਨਾਂ ਨਾਲ ਛਵੀਆਂ ਉਹ ਬਣਾ ਕੇ ਹਟਿਆ ਸੀ। ਕੱਲ੍ਹ ਰਾਤ ਤੱਕ ਉਹਨਾਂ ਦਾ ਵੀ ਸਫਾਇਆ ਹੋ ਜਾਣਾ ਸੀ। ਉਹ ਗੁਨਾਹਗਾਰ ਸੀ, ਘੋਰ ਗੁਨਾਹਗਾਰ ਸੀ। ਬਸ਼ੀਰੇ ਦੀ ਮਾਂ ਨੇ ਸੱਚ ਆਖਿਆ ਸੀ। ਘੱਟ ਤੋਂ ਘੱਟ ਨਵੀਆਂ ਬਣਾਈਆਂ ਛਵੀਆਂ ਉਹਨੂੰ ਬਸ਼ੀਰੇ ਹੋਰਾਂ ਦੇ ਹੱਥ ਨਹੀਂ ਸਨ ਲੱਗਣ ਦੇਣੀਆਂ ਚਾਹੀਦੀਆਂ। ਇੱਦਾਂ ਕਰਨ ਨਾਲ ਉਹਦੇ ਗੁਨਾਹਾਂ ਦਾ ਕਫਾਰਾ ਨਹੀਂ ਸੀ ਹੋਣ ਚੱਲਿਆ। ਪਰ ਹੁਣ ਹੋਰ ਉਹ ਕਰ ਵੀ ਕੀ ਸਕਦਾ ਸੀ। ਉਹ ਵਾਹੋ ਦਾਹੀ ਪਿੰਡ ਵੱਲ ਨੱਠ ਪਿਆ। ਬਸ਼ੀਰੇ ਦੇ ਆਦਮੀਆਂ ਦੇ ਪਹੁੰਚਣ ਤੋਂ ਪਹਿਲਾਂ ਉਹ ਘਰ ਅੱਪੜਨਾ ਚਾਹੁੰਦਾ ਸੀ। ਛਵੀਆਂ ਨੂੰ ਕਿਸੇ ਖੂਹ ਜਾਂ ਖਾਲ ਵਿੱਚ ਸੁੱਟ ਦੇਣਾ ਚਾਹੁੰਦਾ ਸੀ ਜਿੱਥੋਂ ਉਹਨਾਂ ਦੀ ਉੱਗ ਸੁੱਗ ਨਾ ਨਿਕਲੇ। ਜਦੋਂ ਉਹ ਪਿੰਡ ਲਾਗੇ ਪੁੱਜਾ ਤਾਂ ਰਾਤ ਪੈ ਚੁੱਕੀ ਸੀ। ਥਿੰਦੇ ਚੰਨ ਦੀ ਘਸਮੈਲੀ ਚਾਨਣੀ ਗਲੀ ਵਿੱਚ ਘਰਾਂ ਦੇ ਧੁੰਦਲੇ ਪਰਛਾਵੇਂ ਸੁੱਟ ਰਹੀ ਸੀ। ਰਾਤ ਦੇ ਮੀਂਹ ਨਾਲ ਗਲੀਆਂ ਵਿੱਚ ਚਿੱਕੜ ਹੋ ਰਿਹਾ ਸੀ। ਮੁੜ ਮੁੜ ਉਹਦੇ ਪੈਰ ਵਾਹਣ ਵਿੱਚ ਫਸੇ ਜਾਂਦੇ ਸਨ, ਪਰ ਉਹ ਕਾਹਲੀ ਕਾਹਲੀ ਟੁਰਦਾ ਸੀ। ਅਚਨਚੇਤ ਉਹ ਠਠੰਬਰ ਗਿਆ। ਕੁਝ ਵਿੱਥ ਤੇ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਉਹਦੇ ਘਰੋਂ ਹੀ ਆ ਰਹੀਆਂ ਸਨ। ਤਾਂ ਕੀ ਉਹ ਆਣ ਪਹੁੰਚੇ ਸਨ? ਉਹ ਕੁਵੇਲੇ ਅੱਪੜਿਆ ਸੀ। ਬਸ਼ੀਰੇ ਦਾ ਲਚਰ ਹਾਸਾ ਹੁਣ ਸਾਫ਼ ਸੁਣਾਈ ਦੇ ਰਿਹਾ ਸੀ। ਘਰ ਦੇ ਬਾਹਰ ਉਹਦਾ ਠੇਡਾ ਕਿਸੇ ਭਾਰੀ ਚੀਜ਼ ਨਾਲ ਲੱਗਾ ਤੇ ਉਹ ਮੂੰਹ ਭਰਨੇ ਡਿੱਗ ਪਿਆ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਾ ਸਕਿਆ। ਕੋਈ ਠੰਡੀ ਯੱਖ ਚੀਜ਼ ਉਹਦੇ ਪੈਰਾਂ ਨਾਲ ਲਿਪਟ ਗਈ ਸੀ। ਉਹਨੇ ਆਪਣੇ ਪੈਰ ਛੁਡਾਉਣ ਦਾ ਯਤਨ ਕੀਤਾ ਪਰ ਉਹ ਹੋਰ ਬਹੁਤ ਜਕੜੇ ਗਏ। ਇਕਾਇਕ ਉਹ ਬਹੁਤ ਘਬਰਾ ਗਿਆ। ਇੱਕ ਭਰਮੀ ਭੈ ਉਹਦੇ ਦਿਲ ਵਿੱਚ ਵੜ ਗਿਆ ਤੇ ਉਹਦੇ ਮੱਥੇ ਤੇ ਠੰਡੀਆਂ ਤਰੇਲੀਆਂ ਛੁੱਟ ਪਈਆਂ। ਸਾਰੇ ਸਰੀਰ ਤੇ ਇੱਕ ਤੜਕੇ ਹੁਜਕੇ ਨਾਲ ਉਹਨੇ ਪਿੱਛੇ ਮੁੜ ਕੇ ਵੇਖਿਆ। ਚੰਨ ਦੀ ਚਾਨਣੀ ਵਿੱਚ ਕੁਝ ਧੌਲੀਆਂ ਲੀਟਾਂ ਹਿੱਲ ਰਹੀਆਂ ਸਨ। ਛਵੀ ਦਾ ਇੱਕ ਲੰਮਾ ਫੱਟ ਬੁੱਢੜੀ ਦੇ ਝੁਰੜਾਏ ਮੱਥੇ ਤੇ ਸੀ ਤੇ ਉਹਦੀਆਂ ਟੱਡੀਆਂ ਹੋਈਆਂ ਪਥਰਾਈਆਂ ਅੱਖਾਂ ਫਿਟਕਾਰਾਂ ਪਾ ਰਹੀਆਂ ਸਨ। ਉਹਨੇ ਆਪਣੇ ਪੈਰਾਂ ਵੱਲ ਵੇਖਿਆ। ਬੁੱਢੀ ਦੀਆਂ ਬਾਹਾਂ ਵਿੱਚ ਉਲਝੀ ਸੰਗਲੀ ਨੇ
ਉਹਦੇ ਪੈਰਾਂ ਨੂੰ ਜਕੜਾ ਰੱਖਿਆ ਸੀ। ਇੱਕ ਚੀਕ ਉਹਦੇ ਮੂੰਹੋਂ ਨਿਕਲੀ ਤੇ ਉਹ ਬੇਹੋਸ਼ ਹੋ ਗਈ। ਉਹ ਰਾਤ ਉਹਨੂੰ ਛੂਕ ਕੇ ਤਾਪ ਚੜ੍ਹ ਗਿਆ। ਸਾਰੀ ਰਾਤ ਉਹ ਮੰਜੀ ਤੋਂ ਗਜ਼-ਗਜ਼ ਉਛਲਦਾ ਰਿਹਾ। ਸਾਰੀ ਰਾਤ ਉਹਦੇ ਬੜਾਉਣ ਦੀ ਆਵਾਜ਼ ਪਿੰਡ ਦੀ ਸੁਨਸਾਨ ਚੁੱਪ ਵਿੱਚ ਗੂੰਜਦੀ ਰਹੀ। ਮੈਨੂੰ ਨਾ ਮਾਰੋ, ਮੈਨੂੰ ਛਵੀਆਂ ਨਾ ਮਾਰੋ, ਇਹ ਸੰਗਲ ਮੇਰੀ ਧੌਣ ਦੁਆਲਿਓਂ ਲਾਹ ਲਵੋ। ਹਾਏ ਮੇਰੀ ਧੀ ਨੂੰ ਕੁਝ ਨਾ ਆਖੋ, ਪ੍ਰੀਤੋਂ ਨੂੰ ਕੁਝ ਨਾ ਆਖੋ। ਹਾਏ ਇਹ ਸੰਗਲਾਂ, ਅੱਲਾ ਦਾ ਵਾਸਤਾ, ਜੇ ਮੈਨੂੰ ਛਵੀਆਂ ਨਾ ਮਾਰੋ, ਮੈਨੂੰ ਨਾ ਮਾਰੋ। ਧੰਨਵਾਦ।